ਐਸ ਸਾਕੀ ਦੀ ਕਹਾਣੀ ਰਖੇਲ। ਮਿਸਿਜ਼ ਮਹਿਰਾ ਨੇ ਆਪਣੇ ਪਤੀ ਦੀਆਂ ਫਰੇਮ ਕੀਤੀਆਂ ਫੋਟੋਆਂ, ਸ਼ਾਇਰੀ ਦੀਆਂ ਕਿਤਾਬਾਂ, ਕੱਪੜੇ ਅਤੇ ਦੂਜੀਆਂ ਚੀਜ਼ਾਂ ਨੂੰ ਵਿਹੜੇ ਵਿੱਚ ਸੁੱਟ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਸੀ ਕਿ ਪਲਾਂ ਵਿੱਚ ਉੱਥੇ ਰਹਿੰਦੇ 5 ਕਿਰਾਏਦਾਰ ਆਪਣੇ ਆਪ ਕਮਰਿਆਂ ਦੇ ਬੂਹਿਆਂ ਵਿੱਚ ਆ ਖੜੋਤੇ। ਉਹ ਸਾਰੇ ਹੈਰਾਨ ਹੋਏ, ਲਟ ਲਟ ਕਰਕੇ ਬਲਦੀ ਅੱਗ ਵੱਲ ਵੇਖਣ ਲੱਗੇ। ਅਜਿਹਾ ਹੁੰਦਾ ਵੀ ਕਿਉਂ ਨਾ। ਉਹ ਮਿਸਿਜ਼ ਮਹਿਰਾ, ਜਿਹੜੀ ਕਦੇ ਪਤੀ ਨੂੰ ਯਾਦ ਕਰਨਾ ਰੱਬ ਦਾ ਨਾਂ ਲੈਣ ਬਰਾਬਰ ਸਮਝਦੀ ਸੀ, ਆਪਣੇ ਉਸ ਪਤੀ ਨੂੰ ਗਾਲਾਂ ਕੱਢਦੀ ਕੱਢਦੀ ਰੋਈ ਜਾ ਰਹੀ ਸੀ। ਮਿਸਿਜ਼ ਮਹਿਰਾ ਦੇ ਘਰ ਵਿੱਚ ਮੈਨੂੰ ਛੱਡ ਬਾਕੀ ਦੇ 5 ਕਿਰਾਏਦਾਰ ਬਹੁਤ ਪੁਰਾਣੇ ਸਨ। ਕੋਈ 6 ਮਹੀਨੇ ਪਹਿਲਾਂ ਬਹੁਤ ਮੁਸ਼ਕਲ ਨਾਲ ਕਿਸੇ ਦੀ ਸਿਫਾਰਿਸ਼ ਨਾਲ ਮੈਨੂੰ ਇਹ ਕਮਰਾ ਮਿਲਿਆ ਸੀ। ਇਸ ਘਰ ਵਿੱਚ ਮੇਰੇ ਸ਼ਹਿਰ ਦੇ ਇੱਕ ਦੋਸਤ ਦੀ ਭੈਣ ਪਹਿਲਾਂ ਹੀ ਰਹਿੰਦੀ ਸੀ। ਉਸਨੇ ਮਿਸਿਜ਼ ਮਹਿਰਾ ਨੂੰ ਮੇਰੀ ਗਰੰਟੀ ਦੇ ਕੇ ਇਹ ਕਮਰਾ ਦਵਾਇਆ ਸੀ, ਨਹੀਂ ਤਾਂ ਦਿੱਲੀ ਜਿਹੇ ਸ਼ਹਿਰ ਵਿੱਚ ਅਜਿਹੀ ਥਾਂ ਮਿਲਣੀ ਬਹੁਤ ਮੁਸ਼ਕਲ ਸੀ। ਭਾਵੇਂ ਕਮਰਾ ਬਹੁਤ ਛੋਟਾ ਸੀ, ਮਸਾਂ 10 ਬਾਈ 10 ਦਾ, ਪਰ ਬਹੁਤ ਹੀ ਸਾਫ਼ ਸੁਥਰਾ, ਜਿਸ ਦੇ 2 ਬੂਹੇ ਸਨ, ਜਿਨ੍ਹਾਂ ਵਿੱਚੋਂ ਇੱਕ ਗਲੀ ਵਿੱਚ ਅਤੇ ਦੂਜਾ ਅੰਦਰ ਵਿਹੜੇ ਵਿੱਚ ਖੁੱਲ੍ਹਦਾ ਸੀ। ਵਿਹੜੇ ਵਾਲਾ ਬੂਹਾ ਬੰਦ ਹੀ ਰਹਿੰਦਾ ਸੀ। ਬਸ ਮੈਂ ਦਿਨ ਵਿੱਚ ਇੱਕ ਅੱਧੀ ਵਾਰੀ ਵਿਹੜੇ ਵਿੱਚ ਲੱਗੇ ਪੰਪ ਤੋਂ ਪਾਣੀ ਭਰਨ ਵੇਲੇ ਹੀ ਉਸ ਨੂੰ ਖੋਲ੍ਹਦਾ ਸਾਂ। ਇੱਕ ਅੱਧੀ ਵਾਰੀ ਮੈਂ ਇਸ ਕਰਕੇ ਕਿਹਾ ਕਿਉਂਕਿ ਮੈਨੂੰ ਇੰਨਾ ਪਾਣੀ ਲੋੜੀਂਦਾ ਹੀ ਨਹੀਂ ਸੀ। ਪਿੱਤਲ ਦੀ ਇੱਕ ਛੋਟੀ ਬਾਲਟੀ ਮੂੰਹ ਹਨੇਰੇ ਭਰੀ ਹੋਈ ਸਾਰਾ ਦਿਨ ਚੱਲ ਜਾਂਦੀ ਸੀ। ਮੇਰੇ ਮਿੱਤਰ ਦੀ ਭੈਣ ਨੇ ਹੀ ਮਿਸਿਜ਼ ਮਹਿਰਾ ਨਾਲ ਮੇਰੇ ਲਈ ਕਮਰੇ ਦੀ ਗੱਲ ਕੀਤੀ ਸੀ। ਉਸ ਲਈ ਮੈਨੂੰ ਮਕਾਨ ਮਾਲਕਣ ਸਾਹਮਣੇ ਇੰਟਰਵਿਊ ਲਈ ਪੇਸ਼ ਹੋਣਾ ਪਿਆ ਸੀ। ਮਿਸਿਜ਼ ਮਹਿਰਾ ਇੱਕ ਲੰਮੀ ਲੰਜੀ ਔਰਤ ਸੀ। ਉਸ ਦਾ ਕੱਦ ਸਧਾਰਨ ਔਰਤ ਨਾਲੋਂ ਕਿਤੇ ਜ਼ਿਆਦਾ ਸੀ। ਸਾਂਵਲਾ ਰੰਗ, ਜਿਵੇਂ ਲਿਸ਼ਕ ਦਾ ਕਾਲਾ ਪੱਥਰ ਹੋਵੇ, ਸੁੱਕੇ ਹੱਥ ਅਤੇ ਉਹਨਾਂ ਦੇ ਅੱਗੇ ਉਸੇ ਤਰ੍ਹਾਂ ਦੀਆਂ ਪਤਲੀਆਂ ਪਤਲੀਆਂ ਉਂਗਲਾਂ, ਹੋਰ ਹੀ ਤਰ੍ਹਾਂ ਦੀਆਂ ਨਾੜਾਂ ਨਾਲ ਭਰੀਆਂ ਬਾਹਾਂ। ਦੇਖਣ ਲੱਗਦਾ ਸੀ ਜਿਵੇਂ ਰੱਬ ਨੇ ਉਸ ਔਰਤ ਵਿੱਚ ਅੱਧਾ ਮਰਦ ਜੋੜ ਦਿੱਤਾ ਹੋਵੇ। ਉਹ ਪੀਲੀ ਸਾੜੀ ਬੰਨੀ ਕੁਰਸੀ ਵਿੱਚ ਬੈਠੀ ਸੁਪਾਰੀਆਂ ਕੱਟ ਰਹੀ ਸੀ। ਮੂੰਹ ਵਿੱਚ ਪਾਨ ਦੀ ਗਲੋਰੀ ਸੀ। ਬੁੱਲ ਕੁਝ ਲਿਪਸਟਿਕ ਨਾਲ ਅਤੇ ਬਾਕੀ ਪਾਨ ਦੇ ਰੰਗ ਨਾਲ ਰੰਗੇ ਹੋਏ ਸਨ। ਮੱਥੇ ਉੱਤੇ ਵੱਡੀ ਸਾਰੀ ਬਿੰਦੀ ਸੀ ਅਤੇ ਬਾਂਗ ਸੰਦੂਰ ਨਾਲ ਭਰੀ ਹੋਈ ਸੀ। ਮੈਨੂੰ ਖੜਾ ਦੇਖ ਕੇ ਉਸਨੇ ਕੁਰਸੀ ਉੱਤੇ ਬੈਠਣ ਲਈ ਕਿਹਾ। ਉਹ ਮੇਰੇ ਵੱਲ ਬਿਨਾਂ ਦੇਖੇ ਸਵਾਲ ਪੁੱਛਦੀ ਜਾ ਰਹੀ ਸੀ। ਹਰ ਸਵਾਲ ਦਾ ਉੱਤਰ ਸੋਚ ਕੇ ਦਿੰਦਾ ਹੋਇਆ ਮੈਂ ਵਾਰ-ਵਾਰ ਉਸਦੇ ਚਿਹਰੇ ਦੇ ਉਤਰਾਅ ਚੜ੍ਹਾਅ ਨੂੰ ਨਿਹਾਰਿਆ ਸਾਂ। ਆਖਰੀ ਸਵਾਲ ਸੁਣ ਕੇ ਮੈਂ ਕੁਝ ਦੇਰ ਲਈ ਚੁੱਪ ਰਹਿਣ ਲਈ ਮਜਬੂਰ ਹੋ ਗਿਆ ਸਾਂ। ਉਸਨੇ ਸਵਾਲ ਹੀ ਅਜਿਹਾ ਪੁੱਛਿਆ ਸੀ ਕਿ ਮੇਰਾ ਕਿਸੇ ਕੁੜੀ ਨਾਲ ਚੱਕਰ ਬੱਕਰ ਤਾਂ ਨਹੀਂ ਚੱਲ ਰਿਹਾ। ਇਸ ਸਵਾਲ ਦਾ ਜਵਾਬ ਮੇਰੇ ਕੋਲੋਂ ਛੇਤੀ ਦਿੱਤਾ ਨਾ ਜਾ ਸਕਿਆ। ਮੈਨੂੰ ਚੁੱਪ ਤੇ ਝੇਂਪਿਆ ਜਿਹਾ ਦੇਖੋ ਆਪੇ ਬੋਲਣ ਲੱਗੀ। ਕਿਸੇ ਕੁੜੀ ਨਾਲ ਪਿਆਰ ਕਰਨਾ ਕੋਈ ਪਾਪ ਥੋੜ੍ਹੀ ਹੁੰਦਾ, ਪਰ ਤਾਂ ਜੇ ਉਸ ਵਿੱਚ ਦੋਵੇਂ ਧਿਰਾਂ ਸਿੰਸੀਅਰ ਹੋਣ। ਇਹ ਨਹੀਂ ਕਿ ਅੱਜ ਇਸ ਥਾਂ ਤੇ ਕੱਲ੍ਹ ਦੂਜੀ ਥਾਂ ਭੁੱਖੇ ਡੰਗਰ ਵਾਂਗੂ ਖੁਰਲੀ ਵਿੱਚ ਮੂੰਹ ਮਾਰਦੇ ਫਿਰੋ। ਇੱਕ ਮੈਨੂੰ ਇੰਨਾ ਕਹਿ ਕੇ ਉਸ ਗੱਲ ਅਧੂਰੀ ਛੱਡ ਦਿੱਤੀ ਸੀ। ਮੈਂ ਇਮਤਿਹਾਨ ਵਿੱਚ ਪਾਸ ਹੋ ਗਿਆ ਅਤੇ ਮੈਨੂੰ ਕਮਰਾ ਮਿਲ ਗਿਆ, ਪਰ ਮੈਂ ਇੱਕ ਗੱਲ ਨਾ ਸਮਝ ਸਕਿਆ ਕਿ ਮੱਥੇ ਉੱਤੇ ਬਿੰਦੀ ਅਤੇ ਮਾਂਗ ਵਿੱਚ ਸੰਦੂਰ ਨਾਲ ਭਰੀ ਇਸ ਔਰਤ ਦਾ ਪਤੀ ਇੰਟਰਵਿਊ ਵੇਲੇ ਕਿੱਥੇ ਰਿਹਾ। ਪਰ ਮੇਰਾ ਇਹ ਭੁਲੇਖਾ ਵੀ ਛੇਤੀ ਹੀ ਦੂਰ ਹੋ ਗਿਆ ਜਦੋਂ ਉਸ ਤੋਂ ਅਗਲੇ ਐਤਵਾਰ ਸਵੇਰ ਵੇਲੇ ਮੈਂ ਇੱਕ ਬਹੁਤ ਗੋਰੇ ਚਿੱਟੇ ਮਰਦ ਨੂੰ ਉਸ ਔਰਤ ਦੇ ਕਮਰੇ ਅੰਦਰ ਵੜਦੇ ਵੇਖਿਆ। ਮੇਰੇ ਦੋਸਤ ਦੀ ਭੈਣ ਨੇ ਹੀ ਸਾਰੀ ਗੱਲ ਖੋਲ੍ਹੀ। ਉਸਨੇ ਦੱਸਿਆ ਕਿ ਇਹ ਕਾਲ ਕਲੋਟੀ ਔਰਤ ਉਸ ਦੀ ਦੂਜੀ ਵਿਆਹੁਤਾ ਹੈ। ਮੈਂ ਬਹੁਤ ਹੈਰਾਨ ਹੋਇਆ। ਇਸ ਵਿੱਚ ਹੈਰਾਨੀ ਵਾਲੀ ਗੱਲ ਤਾਂ ਆਪੇ ਹੀ ਹੋਈ। ਜਦੋਂ ਮੈਂ ਮਿਸਟਰ ਮਹਿਰਾ ਨੂੰ ਉਸ ਔਰਤ ਨੇੜੇ ਖੜੇ ਦੇਖਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਬੁਝੇ ਕੋਲੇ ਨੇੜੇ ਚੰਦਨ ਦੀ ਲੱਕੜੀ ਰੱਖ ਦਿੱਤੀ ਹੋਵੇ। ਮਿਸਟਰ ਮਹਿਰਾ ਦਾ ਗੋਰਾ ਚਿੱਟਾ ਰੰਗ ਉਸ ਔਰਤ ਦੇ ਨੇੜੇ ਹੋਰ ਗੋਰਾ ਲੱਗੇ। ਬਿਲਕੁਲ ਅੰਗਰੇਜ਼ਾਂ ਦੇ ਭੂਰੇ ਵਾਲ, ਬਿੱਲੀਆਂ ਅੱਖਾਂ ਦੇ ਭਰੇ ਭਰੇ ਅੰਗ। ਇਹ ਸੋਚ ਮੈਂ ਹੈਰਾਨ ਸਾਂ ਕਿ ਮਿਸਟਰ ਮਹਿਰਾ ਨੂੰ ਇਸ ਅੱਧੇ ਮਰਦ ਜੀ ਔਰਤ ਵਿੱਚ ਅਜਿਹਾ ਕੀ ਲੱਭਿਆ ਕਿ ਉਹ ਇਸ ਨਾਲ ਜੁੜ ਗਿਆ। ਕੁਝ ਹੀ ਦਿਨਾਂ ਵਿੱਚ ਮਿਸਟਰ ਮਹਿਰਾ ਮੇਰੇ ਨਾਲ ਖੁੱਲ੍ਹ ਗਿਆ। ਐਤਵਾਰ ਵਾਲੇ ਦਿਨ ਉਹ ਮੈਨੂੰ ਜ਼ਰੂਰ ਮਿਲਦਾ। ਜਦੋਂ ਉਸਨੂੰ ਇਹ ਪਤਾ ਲੱਗਾ ਕਿ ਮੈਨੂੰ ਵੀ ਸ਼ਾਇਰੀ ਦਾ ਬਹੁਤ ਸ਼ੌਕ ਹੈ, ਫਿਰ ਤਾਂ ਉਸਦੀ ਮੇਰੇ ਨਾਲ ਖੂਬ ਨਿਭਣ ਲੱਗੀ। ਉਸਨੂੰ ਦੇਖ ਮੇਰੇ ਮਨ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਕਿ ਇਸ ਕੋਲ ਕਿੰਨੀ ਦੌਲਤ ਹੈ, ਪਤਨੀ ਹੈ, ਬੱਚੇ ਨੇ, ਵਸਿਆ ਵਸਾਇਆ ਘਰ ਹੈ, ਫਿਰ ਇਹ ਇਸ ਔਰਤ ਦੇ ਚੱਕਰ ਵਿੱਚ ਕਿਵੇਂ ਪੈ ਗਿਆ। ਪਰ ਇਸ ਗੱਲ ਨੂੰ ਇੱਕ ਦਿਨ ਮਹਿਰਾ ਨੇ ਆਪੇ ਹੀ ਖੋਲ੍ਹਿਆ। ਉਸ ਦਿਨ ਉਹ ਬਹੁਤ ਮੂਡ ਵਿੱਚ ਸੀ। ਕਹਿਣ ਲੱਗਾ, ਮੈਂ ਆਪਣੇ ਮਾਂ ਪਿਓ ਦੀ ਇਕੱਲੀ ਔਲਾਦ ਸਾਂ। ਪਿਓ ਇੱਕ ਵੱਡਾ ਵਕੀਲ ਸੀ। ਉਸਨੇ ਜੀਵਨ ਵਿੱਚ ਬਹੁਤ ਪੈਸਾ ਖੱਟਿਆ ਸੀ ਅਤੇ ਕੁਝ ਹੀ ਵਰ੍ਹਿਆਂ ਵਿੱਚ ਇੱਕ ਤਕੜੀ ਜਾਇਦਾਦ ਖੜੀ ਕਰ ਲਈ ਸੀ। ਉਸ ਮੈਨੂੰ ਉੱਚ ਵਿੱਦਿਆ ਦਵਾਈ, ਚੰਗੇ ਤੋਂ ਚੰਗੇ ਸਕੂਲ ਅਤੇ ਕਾਲਜ ਭੇਜੇ। ਮੇਰੇ ਚਾਚੇ ਦੇ ਵੀ ਕੋਈ ਔਲਾਦ ਨਹੀਂ ਸੀ, ਇਸ ਲਈ ਉਸ ਦੀ ਸਾਰੀ ਜਾਇਦਾਦ ਦਾ ਵਾਰਸ ਵੀ ਮੈਂ ਹੀ ਸਾਂ। ਪਿਓ ਦੇ ਹੁੰਦਿਆਂ ਮੈਨੂੰ ਘਰ ਵਿੱਚ ਪੂਰੀ ਆਜ਼ਾਦੀ ਮਿਲੀ ਹੋਈ ਸੀ। ਇੰਨਾ ਪੜ੍ਹ ਲਿਖ ਕੇ ਮੈਨੂੰ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਸੀ। ਪਤਾ ਨਹੀਂ ਫਿਰ ਕਿਵੇਂ ਮੈਨੂੰ ਸ਼ੇਰ ਕਹਿਣ ਦਾ ਸ਼ੌਕ ਜਾਗ ਪਿਆ।
ਭਾਵੇਂ ਸ਼ੁਰੂ ਵਿੱਚ ਮੈਂ ਚੰਗੇ ਸ਼ੇਰ ਨਹੀਂ ਸਾਂ ਕਹਿੰਦਾ, ਪਰ ਫਿਰ ਹੌਲੇ ਹੌਲੇ ਮਹਿਫਲਾਂ ਅਤੇ ਮੁਸ਼ਾਇਰਿਆਂ ਵਿੱਚ ਮੇਰਾ ਵੀ ਨਾਂ ਲਿਆ ਜਾਣ ਲੱਗਾ। ਇੰਨੀ ਗੱਲ ਕਰਕੇ ਮਿਸਟਰ ਮਹਿਰਾ ਕਿਸੇ ਸੋਚ ਵਿੱਚ ਡੁੱਬ ਗਿਆ, ਪਰ ਛੇਤੀ ਹੀ ਉਸ ਵਿੱਚੋਂ ਬਾਹਰ ਨਿਕਲ ਅਧੂਰੀ ਕਹਾਣੀ ਕਹਿਣ ਲੱਗਾ। ਮੈਂ ਵਕਾਲਤ ਪਾਸ ਕਰ ਲਈ। ਸ਼ੁਰੂ ਵਿੱਚ ਮੈਂ ਕੋਈ ਕੰਮ ਨਹੀਂ ਸਾਂ ਕਰਦਾ। ਵਿਹਲਾ ਰਹਿ ਕੇ ਜਦੋਂ ਮਨ ਭਰ ਗਿਆ ਤਾਂ ਮੈਂ ਪਿਓ ਨਾਲ ਕੰਮ ਵਿੱਚ ਹੱਥ ਵਟਾਉਣ ਲੱਗਾ। ਕੰਮ ਵਿੱਚੋਂ ਜਿੰਨਾ ਵਕਤ ਮਿਲਦਾ ਉਹ ਸ਼ੇਰ ਕਹਿਣ ਜਾਂ ਮਿੱਤਰਾਂ ਦੀਆਂ ਮਹਿਫਲਾਂ ਵਿੱਚ ਬੀਤਦਾ। ਅੱਧੀ ਰਾਤ ਗਏ ਤੀਕ ਮਿੱਤਰ ਮੰਡਲੀ ਜੁੜੀ ਰਹਿੰਦੀ। ਘਰ ਵਿੱਚ ਮੇਰਾ ਵੱਖ ਕਮਰਾ ਸੀ ਜਿਸ ਵਿੱਚ ਬਹਿ ਸ਼ਰਾਬ ਦਾ ਦੌਰ ਚੱਲਦਾ। ਘਰ ਇੱਕ ਘੁੱਟ ਨਾਲ ਨਵੇਂ ਸ਼ੇਰ ਕਹੇ ਅਤੇ ਸੁਣੇ ਜਾਂਦੇ। ਵਾਹ ਲੁੱਟੀ ਜਾਂਦੀ। ਫਿਰ ਹੌਲੇ ਹੌਲੇ ਮੈਂ ਇੰਨਾ ਉੱਘਾ ਹੋ ਗਿਆ ਕਿ ਮੇਰੀ ਗੈਰ ਹਾਜ਼ਰੀ ਵਿੱਚ ਹਰ ਇੱਕ ਮੁਸ਼ਾਇਰਾ ਅਧੂਰਾ ਸਮਝਿਆ ਜਾਣ ਲੱਗਾ। ਪਿਓ ਨੂੰ ਮੇਰੇ ਵਿਆਹ ਦੀ ਫਿਕਰ ਹੋਈ। ਮੇਰੇ ਲਈ ਇੱਕ ਮੇਮ ਜੀ ਕੁੜੀ ਲੱਭੀ ਗਈ। ਉਹ ਸਾਡੇ ਨਾਲੋਂ ਬਹੁਤ ਵੱਡੇ ਘਰ ਦੀ ਧੀ ਸੀ, ਪਰ ਮੇਰੀ ਕਿਸਮਤ ਕੁੜੀ ਅਨਪੜ੍ਹ ਸੀ ਅਤੇ ਦੂਜੇ ਜਿਹੀ ਨਹੀਂ ਸੀ ਜਿਹੀ ਮੈਂ ਚਾਹੁੰਦਾ ਸਾਂ। ਮਾਂ ਪਿਓ ਦੀ ਉਹ ਇਕੱਲੀ ਔਲਾਦ ਸੀ। ਉਸ ਦੇ ਪਿਓ ਨੇ ਖੂਬ ਧੂਮ ਧੜੱਕੇ ਨਾਲ ਵਿਆਹ ਕੀਤਾ, ਇੰਨਾ ਕੁਝ ਦਿੱਤਾ ਕਿ ਘਰ ਅੰਦਰ ਰੱਖਣ ਨੂੰ ਥਾਂ ਨਾ ਲੱਭੇ। ਪਰ ਮੇਰੇ ਪਿਓ ਦੇ ਨਸੀਬ ਵਿੱਚ ਸਾਡਾ ਵਸਦਾ ਘਰ ਵੇਖਣਾ ਨਹੀਂ ਸੀ ਲਿਖਿਆ। ਸਾਡੇ ਵਿਆਹ ਤੋਂ 1 ਮਹੀਨੇ ਬਾਅਦ ਹੀ ਉਹ ਟੁਰਦਾ ਬਣਿਆ। ਮੈਂ ਇਕੱਲਾ ਹੀ ਰਹਿ ਗਿਆ। ਮੇਰੀ ਕੋਈ ਵੀ ਆਦਤ ਨਾ ਬਦਲੀ। ਵਕਤ ਲੰਘਦਾ ਗਿਆ। 2 ਵਰ੍ਹਿਆਂ ਵਿੱਚ ਮੈਂ 2 ਬੱਚਿਆਂ ਦਾ ਬਾਪ ਬਣ ਗਿਆ। ਪਰ ਮਹਿਰਾ ਸਾਹਿਬ, ਫਿਰ ਤੁਸੀਂ ਇਹ ਦੂਜਾ ਵਿਆਹ ਕਿਉਂ ਕੀਤਾ? ਅਚਾਨਕ ਮੈਂ ਉਸ ਕੋਲੋਂ ਕਹਾਣੀ ਸੁਣਦਾ ਵਿਚਕਾਰੋਂ ਬੋਲ ਪਿਆ। ਬਈ ਇਹ ਵੀ ਦੱਸਦਾ ਮੈਂ। ਇੰਨਾ ਕਹਿ ਕੇ ਮਿਸਟਰ ਮਹਿਰਾ ਨੇ ਇੰਝ ਅੱਖਾਂ ਬੰਦ ਕਰ ਲਈਆਂ ਜਿਵੇਂ ਉਹ ਗੁਆਚੇ ਅਤੇ ਬੀਤੇ ਦਿਨਾਂ ਨੂੰ ਮੁੜ ਲੱਭ ਰਿਹਾ ਹੋਵੇ। ਮੈਂ ਜੀਵਨ ਵਿੱਚ ਪਿਓ ਦੇ ਹੁੰਦਿਆਂ ਅਤੇ ਉਸ ਤੋਂ ਬਾਅਦ ਵੀ ਬਹੁਤ ਸੁੱਖ ਭੋਗੇ ਸਾਂ। ਮੇਰੇ ਕੋਲ ਪੈਸਾ ਸੀ, ਇੱਜ਼ਤ ਸੀ, ਚੰਗਾ ਕੰਮ ਸੀ, ਕਹੇ ਲੱਗਣ ਵਾਲੀ ਇੱਕ ਪਤਨੀ ਸੀ, ਬੱਚੇ ਸਨ। ਪਰ ਜੀਵਨ ਵਿੱਚ ਸਭ ਕੁਝ ਮਿਲ ਜਾਣ ਨਾਲ ਜੀਵਨ ਦੀਆਂ ਮਾਨਸਿਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਸੀ। ਫਿਰ ਉਹ ਵੀ ਮੇਰੇ ਜਿਹੇ ਬੰਦੇ ਦੀ ਜਿਹੜਾ ਸਾਹਿਤਕ ਰੁਚੀ ਵਾਲਾ ਹੋਵੇ। ਮੇਰੀ ਪਤਨੀ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਸਰੀਰਕ ਉਸ ਦੀ ਕੋਈ ਵੀ ਆਦਤ ਮੇਰੇ ਨਾਲ ਮੇਲ ਨਹੀਂ ਸੀ ਖਾਂਦੀ। ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਚੀਜ਼ ਦੀ ਥੋੜ੍ਹ ਹੈ ਸਾਡੇ ਦੋਵਾਂ ਵਿਚਕਾਰ, ਜਿਵੇਂ ਸਾਡੇ ਤਾਂ ਰਾਹ ਹੀ ਵੱਖਰੇ ਸਨ ਜਿਸ ਉੱਤੇ ਅਸੀਂ ਗ੍ਰਹਿਸਤੀ ਦੀ ਗੱਡੀ ਨੂੰ ਜ਼ਬਰਦਸਤੀ ਧੂਈ ਲਈ ਜਾ ਰਹੇ ਸਾਂ। ਇਹ ਗੱਲ ਸੀ ਵੀ ਸੱਚ। ਜਦੋਂ ਮੈਂ ਕੁਝ ਲਿਖਣ ਬਹਿੰਦਾ ਤਾਂ ਮੈਨੂੰ ਟੋਕ ਕੇ ਕਹਿੰਦੀ, ਕੀ ਮਿਲੇਗਾ ਤੁਹਾਨੂੰ ਇਹਨਾਂ ਕਾਲੇ ਕੀਤੇ ਕਾਗਜ਼ਾਂ ਤੋਂ? ਇਹ ਸੁਣ ਕੇ ਮੈਂ ਆਪਣੇ ਆਪ ਵਿੱਚ ਘੁੱਟ ਕੇ ਰਹਿ ਜਾਂਦਾ। ਮੇਰਾ ਮਨ ਕਰਦਾ ਉਸ ਨੂੰ ਕੋਈ ਚੰਗਾ ਜਿਹਾ ਸ਼ੇਰ ਸੁਣਾਵਾਂ ਅਤੇ ਉਹ ਦਾਦ ਵਿੱਚ ਵਾਹ ਕਹਿ ਉੱਠੇ, ਪਰ ਜਿਹਾ ਕਦੇ ਵੀ ਨਾ ਹੋਇਆ। ਜਦੋਂ ਕਦੇ ਮੈਂ ਇੰਝ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਵੇਲੇ ਨਵੀਆਂ ਸਾੜੀਆਂ ਅਤੇ ਗਹਿਣਿਆਂ ਦੀ ਗੱਲ ਲੈ ਬਹਿੰਦੀ। ਇਹ ਦੇਖ ਮੇਰਾ ਤਾਂ ਮਨ ਹੀ ਪੁੱਜ ਜਾਂਦਾ। ਸੋਚਦਾ ਕੀ ਘਰ, ਪਤਨੀ, ਬੱਚੇ ਅਤੇ ਬਹੁਤ ਸਾਰੇ ਧਨ ਨਾਲ ਹੀ ਜੀਵਨ ਦੀਆਂ ਛਾਵਾਂ ਦੀ ਪੂਰਤੀ ਹੋ ਜਾਂਦੀ। ਕੀ ਮਨੁੱਖ ਇਹੋ ਕੁਝ ਕਰਨ ਲਈ ਜਨਮ ਲੈਂਦਾ? ਫਿਰ ਜਿਵੇਂ ਮੈਂ ਆਪਣੇ ਘਰ ਵਿੱਚ ਰਹਿੰਦਾ ਹੋਇਆ ਵੀ ਘਰੋਂ ਦੂਰ ਹੁੰਦਾ ਗਿਆ। ਇਸ ਵਿੱਚ ਮੈਂ ਆਪਣੀ ਪਤਨੀ ਦਾ ਕੋਈ ਕਸੂਰ ਨਹੀਂ ਸਾਂ ਕੱਢਦਾ। ਉਹ ਤਾਂ ਮੈਨੂੰ ਬਹੁਤ ਕੁਝ ਦੇ ਸਕਦੀ ਸੀ ਜੋ ਉਸ ਦੇ ਕੋਲ ਸੀ। ਵੱਡੇ ਘਰ ਦੀ ਅਨਪੜ੍ਹਤੀ ਸੀ ਉਹ। ਸਵਾਏ ਨਵੀਆਂ ਸਾੜੀਆਂ ਅਤੇ ਗਹਿਣਿਆਂ ਦੇ ਉਹ ਹੋਰ ਗੱਲ ਵੀ ਕੀ ਕਰ ਸਕਦੀ ਸੀ। ਜਦੋਂ ਫਿਰ ਸਾਡੇ ਘਰ ਤੀਜਾ ਬੱਚਾ ਆਉਣਾ ਸੀ ਤਾਂ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ। ਘਰ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ ਸੀ, ਪਰ ਪਤਨੀ ਨੂੰ ਮਰਦ ਨੌਕਰ ਦੀ ਥਾਂ ਨੌਕਰਾਣੀ ਚਾਹੀਦੀ ਸੀ। ਕੋਰਟ ਵਿੱਚ ਮੇਰੇ ਨਾਲ ਵਕਾਲਤ ਕਰਦੇ ਇੱਕ ਮਿੱਤਰ ਨਾਲ ਮੈਂ ਗੱਲ ਕੀਤੀ। ਕੁਝ ਦਿਨਾਂ ਬਾਅਦ ਹੀ ਉਸਨੇ 20 ਸਾਲਾਂ ਦੀ ਇੱਕ ਮੁਸਲਮਾਨ ਔਰਤ ਸਾਡੇ ਘਰ ਭੇਜ ਦਿੱਤੀ ਜਿਸ ਨੂੰ ਪਤੀ ਨੇ ਤਲਾਕ ਦਿੱਤਾ ਹੋਇਆ ਸੀ। ਘਰ ਵਿੱਚ ਮੇਰਾ ਅਲੱਗ ਕਮਰਾ ਸੀ। ਉਸ ਵਿੱਚ ਮੈਂ ਬਹਿ ਸ਼ੇਰ ਕਹਿੰਦਾ ਜਾਂ ਕਿਸੇ ਮੁਸ਼ਾਇਰੇ ਦੀ ਪ੍ਰੈਕਟਿਸ ਕਰਿਆ ਕਰਦਾ ਸਾਂ। ਮੇਰੇ ਕਮਰੇ ਦੇ ਨਾਲ ਕਰਕੇ ਸਾਡਾ ਡਰਾਇੰਗ ਰੂਮ ਸੀ। ਇੱਕ ਦਿਨ ਮੈਂ ਨਵੇਂ ਲਿਖੇ ਸ਼ੇਰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਇੱਕ ਮੁਸ਼ਾਇਰੇ ਦੀ ਤਿਆਰੀ ਕਰਨ ਲੱਗਾ ਸਾਂ। ਅਜੇ ਮੈਂ ਗਜ਼ਲ ਦਾ ਪਹਿਲਾ ਸ਼ੇਰ ਹੀ ਪੜ੍ਹਿਆ ਸੀ ਕਿ ਮੈਨੂੰ ਨਾਲ ਦੇ ਕਮਰੇ ਵਿੱਚੋਂ ਕਿਸੇ ਇਸਤਰੀ ਦੀ ਉਸ ਸ਼ੇਰ ਲਈ ਦਾਤ ਦਿੰਦੀ ਹੋਈ ਵਾਹ ਦੀ ਆਵਾਜ਼ ਸੁਣੀ। ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ। ਡਰਾਇੰਗ ਰੂਮ ਵਿੱਚ ਜਾ ਕੇ ਦੇਖਿਆ ਤਾਂ ਇੱਕ ਔਰਤ ਮੇਰੇ ਵੱਲ ਪਿੱਠ ਕਰੀ ਬੈਠੀ ਕਲੀਨ ਸਾਫ਼ ਕਰ ਰਹੀ ਸੀ। ਮੈਂ ਕੁਝ ਚਿਰ ਉੱਥੇ ਖੜ੍ਹਾ ਰਹਿ ਆਪਣੇ ਕਮਰੇ ਵਿੱਚ ਮੁੜ ਆਇਆ। ਉਸ ਦੀ ਪਿੱਠ ਵੱਲ ਦੇਖਦਿਆਂ ਹੀ ਪਤਾ ਲੱਗ ਗਿਆ ਸੀ ਕਿ ਘਰ ਅੰਦਰ ਮੇਰੇ ਸ਼ੇਰ ਦੀ ਦਾਤ ਦੇਣ ਵਾਲੀ ਕੋਈ ਹੋਰ ਨਹੀਂ ਬਲਕਿ ਉਹੀ ਮੁਸਲਮਾਨ ਨੌਕਰਾਣੀ ਸੀ ਜਿਹੜੀ ਮੇਰੇ ਮਿੱਤਰ ਨੇ ਘੱਲੀ ਸੀ। ਬਸ ਫਿਰ ਕੀ ਸੀ?
ਉਹ ਨੌਕਰਾਣੀ ਮੈਨੂੰ ਇੰਨੀ ਚੰਗੀ ਲੱਗੀ ਕਿ ਮੇਰੇ ਦਿਲ ਦੀ ਹੀ ਮਾਲਕਣ ਬਣ ਬੈਠੀ। ਉਹ ਰਾਤੀ ਵੀ ਸਾਡੇ ਘਰ ਹੀ ਸੌਂਦੀ ਸੀ। ਛੇਤੀ ਹੀ ਉਸ ਨਾਲ ਮੇਰਾ ਸਰੀਰਕ ਸੰਬੰਧ ਜੁੜ ਗਿਆ, ਜਿਹੜਾ ਪਤਨੀ ਕੋਲੋਂ ਛਿਪਿਆ ਨਾ ਰਹਿ ਸਕਿਆ। ਫਿਰ ਇੱਕ ਦਿਨ ਮੈਂ ਪਤਨੀ ਨੂੰ ਦੱਸਿਆ ਕਿ ਮੈਂ ਉਸ ਔਰਤ ਨਾਲ ਵਿਆਹ ਕਰਾਉਣਾ। ਇੱਕ ਵਾਰੀ ਤਾਂ ਮੇਰੀ ਕਈ ਗੱਲ ਸੁਣ ਕੇ ਉਹ ਚੁੱਪ ਕਰ ਗਈ, ਪਰ ਫਿਰ ਉਸਨੇ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ। ਮੈਨੂੰ ਇਹ ਹੁਣ ਤੀਕ ਵੀ ਸਮਝ ਨਹੀਂ ਆਈ ਕਿ ਹਿੰਦੁਸਤਾਨੀ ਪਤਨੀ ਹੁੰਦਿਆਂ ਵੀ ਉਸਨੇ ਮੈਨੂੰ ਅਜਿਹਾ ਕਿਉਂ ਕਰਨ ਦਿੱਤਾ। ਪਰ ਇਸ ਨਾਲ ਉਸ ਕੁਝ ਸ਼ਰਤਾਂ ਜੋੜ ਦਿੱਤੀਆਂ, ਜਿਵੇਂ ਹਫ਼ਤੇ ਵਿੱਚ ਮੈਂ ਇੱਕ ਦਿਨ ਅਤੇ ਇੱਕ ਰਾਤ ਹੀ ਉਸ ਔਰਤ ਕੋਲ ਰਹਿ ਸਕਾਂਗਾ। ਉਹ ਇਸ ਘਰ ਵਿੱਚ ਨਹੀਂ ਆਵੇਗੀ, ਸਗੋਂ ਅਲੱਗ ਕਿਸੇ ਦੂਜੇ ਘਰ ਵਿੱਚ ਰਹੇਗੀ। ਉਹ ਕਿਸੇ ਬੱਚੇ ਦੀ ਮਾਂ ਨਹੀਂ ਬਣੇਗੀ। ਜਦੋਂ ਮੈਂ ਸਭ ਕੁਝ ਉਸ ਔਰਤ ਨੂੰ ਦੱਸਿਆ ਤਾਂ ਉਸਨੇ ਤੁਰੰਤ ਸਵੀਕਾਰ ਕਰ ਲਿਆ। ਪਰ ਅਜੇ ਵੀ ਇੱਕ ਅੜਚਨ ਸੀ ਜੋ ਸਾਡੇ ਰਾਹ ਵਿੱਚ ਖੜੀ ਸੀ। ਮੈਂ ਹਿੰਦੂ ਸਾਂ ਅਤੇ ਉਹ ਮੁਸਲਮਾਨ। ਮੈਂ ਚੋਰੀ ਨਾਲ ਇਹ ਵਿਆਹ ਮੰਦਰ ਵਿੱਚ ਕਰਵਾਉਣਾ ਚਾਹੁੰਦਾ ਸਾਂ। ਮੈਂ ਪੁੱਛਿਆ, ਕੀ ਤੂੰ ਮੇਰੇ ਨਾਲ ਮੰਦਰ ਵਿੱਚ ਹਿੰਦੂ ਰੀਤੀ ਨਾਲ ਵਿਆਹ ਕਰਵਾ ਸਕੇਂਗੀ? ਮੈਂ ਬਹੁਤ ਹੈਰਾਨ ਹੋਇਆ ਜਦੋਂ ਉਸਨੇ ਮੇਰੇ ਸਵਾਲ ਦੇ ਜਵਾਬ ਵਿੱਚ ਵੀ ਹਾਂ ਕਹਿ ਦਿੱਤੀ। ਸਾਡਾ ਵਿਆਹ ਹੋ ਗਿਆ। ਉਹ ਬਾਨੋ ਤੋਂ ਸਵਿਤਰੀ ਸੱਦੀ ਜਾਣ ਲੱਗੀ ਅਤੇ ਫਿਰ ਘਰ ਵਿੱਚ ਰਹਿੰਦੀ ਨੌਕਰਾਣੀ ਇੱਕ ਦਿਨ ਮੇਰੇ ਦਿਲ 'ਤੇ ਘਰ ਦੀ ਰਾਣੀ ਬਣ ਬੈਠੀ ਅਤੇ ਅੱਜ ਉਹ ਮਾਲਕਣ ਇਹੋ ਹੈ। ਮਿਸਟਰ ਮਹਿਰਾ ਦਾ ਇਸ਼ਾਰਾ ਉਸ ਔਰਤ ਵੱਲ ਸੀ ਜਿਸ ਪਾਸੋਂ ਮੈਂ ਕਮਰਾ ਕਿਰਾਏ 'ਤੇ ਲਿਆ ਸੀ, ਜਿਸ ਨੇ ਮੇਰੇ ਕੋਲੋਂ ਇੰਟਰਵਿਊ ਵੇਲੇ ਪੁੱਛਿਆ ਸੀ ਕਿ ਕਿਸੇ ਕੁੜੀ ਨਾਲ ਮੇਰਾ ਕੋਈ ਚੱਕਰ ਵੱਕਰ ਤਾਂ ਨਹੀਂ ਸੀ ਚੱਲ ਰਿਹਾ। ਉਸ ਦੇ ਉਸ ਵੇਲੇ ਦੇ ਸਵਾਲ ਨੂੰ ਹੁਣ ਸਮਝਦਿਆਂ ਮੇਰੇ ਬੁੱਲ੍ਹ ਮੁਸਕਾਨ ਨਾਲ ਭਰ ਗਏ ਸਨ। ਮਿਸਟਰ ਮਹਿਰਾ ਇਹ ਕਹਾਣੀ ਦੱਸ ਚਲਾ ਗਿਆ। ਮੈਂ ਉਸ ਕਮਰੇ ਵਿੱਚ ਰਹਿੰਦਾ ਰਿਹਾ। ਮੈਂ ਦੇਖਦਾ ਉਹ ਹਰ ਐਤਵਾਰ ਨੂੰ ਸਵੇਰੇ ਹੀ ਆ ਜਾਂਦਾ, ਆਉਂਦਾ ਹੋਇਆ ਆਪਣੇ ਨਾਲ ਫਲਾਂ ਦੀ ਟੋਕਰੀ ਅਤੇ ਹੋਰ ਖਾਣ ਪੀਣ ਦੀਆਂ ਕਿੰਨੀਆਂ ਹੀ ਚੀਜ਼ਾਂ ਲਿਆਉਂਦਾ। ਉਹ ਸਾਰਾ ਦਿਨ ਉਸ ਔਰਤ ਨਾਲ ਕਮਰੇ ਵਿੱਚ ਅੰਦਰ ਵੜਿਆ ਰਹਿੰਦਾ। ਦਿਨ ਵਿੱਚ ਕਈ ਵਾਰੀ ਉਸ ਔਰਤ ਦੇ ਵਾਹ-ਵਾਹ ਕਰਨ ਦੀ ਆਵਾਜ਼ ਸੁਣਾਈ ਦਿੰਦੀ। ਇਸ ਤੋਂ ਇਹੋ ਅੰਦਾਜ਼ਾ ਲੱਗਦਾ ਕਿ ਉਹ ਮਹਿਰਾ ਦੇ ਕਹੇ ਸ਼ੇਰਾਂ ਦੀ ਦਾਤ ਦੇ ਰਹੀ ਹੋਵੇਗੀ। ਐਤਵਾਰ ਦੀ ਰਾਤ ਵੀ ਉਹ ਦੋਵੇਂ ਕਮਰੇ ਅੰਦਰੋਂ ਬਾਹਰ ਨਾ ਨਿਕਲੇ। ਸੋਮਵਾਰ ਸਵੇਰੇ ਹੀ ਮਿਸਟਰ ਮਹਿਰਾ ਤਿਆਰ ਹੋ ਟੁਰ ਪੈਂਦਾ। ਉਹ ਔਰਤ ਉਸ ਨੂੰ ਬੂਹੇ ਤੱਕ ਛੱਡਣ ਜਾਂਦੀ। ਫਿਰ ਬਾਕੀ ਦੇ 6 ਦਿਨ ਉਹ ਉਸ ਦੀ ਉਡੀਕ ਕਰਦੀ। ਹਰ ਰੋਜ਼ ਮੰਗ ਭਰਦੀ, ਵੱਡੀ ਸਾਰੀ ਬਿੰਦੀ ਲਾਉਂਦੀ। ਉਹ ਮਨ ਦੀ ਬਹੁਤ ਚੰਗੀ ਸੀ। ਵਿਹੜੇ ਵਿੱਚ ਰਹਿੰਦੇ ਕਿਰਾਏਦਾਰਾਂ ਨਾਲ ਪਿਆਰ ਨਾਲ ਬੋਲਦੀ, ਉਹਨਾਂ ਦੇ ਬੱਚਿਆਂ ਨੂੰ ਖਾਣ ਪੀਣ ਲਈ ਦਿੰਦੀ। ਫਿਰ ਇੱਕ ਦਿਨ ਬਹੁਤ ਬੁਰੀ ਗੱਲ ਹੋਈ। ਅਚਾਨਕ ਮਿਸਟਰ ਮਹਿਰਾ ਦਾ ਹਾਰਟ ਅਟੈਕ ਨਾਲ ਸੁਰਗਵਾਸ ਹੋ ਗਿਆ। ਅਸੀਂ ਦੇਖਿਆ ਉਸ ਔਰਤ ਨੇ ਆਪਣੇ ਸਿਰ ਦੇ ਵਾਲ ਪੁੱਟ ਸੁੱਟੇ, ਪਿੱਟ ਕੇ ਆਪਣੀ ਛਾਤੀ ਲਾਲ ਕਰ ਲਈ। ਅਸੀਂ ਵਿਹੜੇ ਵਿੱਚ ਰਹਿੰਦੇ ਕਿਰਾਏਦਾਰ ਮਿਸਟਰ ਮਹਿਰਾ ਦੇ ਦਿੱਲੀ ਵਾਲੇ ਘਰ ਗਏ। ਉਹ ਔਰਤ ਵੀ ਸਾਡੇ ਨਾਲ ਸੀ। ਉਸਨੇ ਮਿਸਟਰ ਮਹਿਰਾ ਦੇ ਭੁੰਜੇ ਪਏ ਸਰੀਰ ਨੂੰ ਦੇਖਦਿਆਂ ਜ਼ੋਰ ਦੀ ਚੀਕਾਂ ਮਾਰੀਆਂ ਅਤੇ ਫਿਰ ਉਹ ਬੇਸੁੱਧ ਹੋ ਕੇ ਪਿੱਛੇ ਨੂੰ ਧਰਤੀ ਉੱਤੇ ਡਿੱਗ ਪਈ। ਅਸੀਂ ਸਭ ਸ਼ਮਸ਼ਾਨ ਤੀਕ ਨਾਲ ਜਾ ਆਪਣੇ ਘਰਾਂ ਨੂੰ ਮੁੜ ਪਏ, ਪਰ ਉਹ ਔਰਤ ਉਸੇ ਥਾਂ ਰਹਿ ਗਈ। ਫਿਰ ਜਦੋਂ ਉਹ 15 ਦਿਨਾਂ ਬਾਅਦ ਵਾਪਸ ਮੁੜੀ ਤਾਂ ਉਸ ਨੂੰ ਦੇਖ ਸਾਡਾ ਤਾਂ ਰੋਣਾ ਹੀ ਨਿਕਲ ਗਿਆ। ਉਹ ਚਿੱਟੀ ਧੋਤੀ ਬੰਨੀ ਹੋਈ ਸੀ, ਮਾਂਗ ਖਾਲੀ ਸੀ ਅਤੇ ਮੱਥੇ ਉੱਤੇ ਬਿੰਦੀ ਨਹੀਂ ਸੀ। ਫਿਰ ਉਸਨੇ ਚੁੱਪਚਾਪ ਆ ਕੇ ਕਮਰੇ ਦਾ ਬੂਹਾ ਭੇੜ ਲਿਆ। ਦਿਨ ਹੌਲੀ ਲੰਘਦੇ ਗਏ। ਇਸ ਘਟਨਾ ਬਾਅਦ ਸਾਰੇ ਕਿਰਾਏਦਾਰ ਉਸ ਔਰਤ ਦੇ ਹੋਰ ਨੇੜੇ ਹੋ ਗਏ। ਉਹ ਵੀ ਪਹਿਲਾਂ ਨਾਲੋਂ ਬਹੁਤ ਬਦਲ ਗਈ। ਜਦੋਂ ਐਤਵਾਰ ਦਾ ਦਿਨ ਆਉਂਦਾ ਸਾਡੇ ਸਭ ਦੇ ਮਨ ਉਦਾਸ ਹੋ ਜਾਂਦੇ। ਮਿਸਟਰ ਮਹਿਰਾ ਦੀ ਬਹੁਤ ਯਾਦ ਆਉਂਦੀ। ਜਿਹੜਾ ਬੰਦਾ ਪਿਛਲੇ ਕਿੰਨੇ ਵਰ੍ਹਿਆਂ ਤੋਂ ਇਸ ਘਰ ਵਿੱਚ ਆਉਂਦਾ ਰਿਹਾ ਹੋਵੇ, ਉਸ ਨੂੰ ਕਿਵੇਂ ਭੁੱਲਿਆ ਜਾ ਸਕਦਾ ਸੀ। ਉਸ ਔਰਤ ਨੇ ਮੇਰੇ ਕੋਲੋਂ ਉਸ ਦੀਆਂ 2 ਫੋਟੋਆਂ ਵੱਡੀਆਂ ਕਰਵਾ ਕੇ ਸ਼ੀਸ਼ੇ ਵਿੱਚ ਮੜ ਲਈਆਂ। ਉਹ ਹਰ ਰੋਜ਼ ਉਸ ਨੂੰ ਪੂਜਦੀ, ਉਹਨਾਂ ਅੱਗੇ ਧੂਪ ਬੱਤੀ ਕਰਦੀ, ਉਹਨਾਂ ਉੱਤੇ ਫੁੱਲ ਚੜਾਉਂਦੀ। ਮੈਂ ਸੋਚਦਾ ਕਿੰਨਾ ਸੱਚਾ ਪਿਆਰ ਹੈ ਇਸ ਔਰਤ ਦਾ, ਜਿਸ ਨੇ ਆਪਣਾ ਸਾਰਾ ਜੀਵਨ ਇੱਕ ਅਜਿਹੇ ਮਰਦ 'ਤੇ ਅਰਪਣ ਕਰ ਦਿੱਤਾ ਜਿਸ ਦਾ ਭਾਵੇਂ ਇਸ ਵੇਲੇ ਉਸ ਸਾਹਮਣੇ ਕੋਈ ਵਜੂਦ ਨਹੀਂ, ਪਰ ਤਾਂ ਵੀ ਉਸ ਨੂੰ ਨਹੀਂ ਸੀ ਭੁੱਲੀ। ਫਿਰ 2 ਮਹੀਨੇ ਬਾਅਦ ਇੱਕ ਬੰਦਾ ਸਾਡੇ ਘਰ ਦਾ ਪਤਾ ਪੁੱਛਦਾ ਹੋਇਆ ਆਇਆ। ਉਸ ਕੋਲ ਮਿਸਿਜ਼ ਮਹਿਰਾ ਦੇ ਨਾਂ ਦੀ ਇੱਕ ਚਿੱਠੀ ਸੀ ਜਿਹੜੀ ਅਦਾਲਤ ਨੇ ਭੇਜੀ ਸੀ। ਮੈਂ ਮਿਸਿਜ਼ ਮਹਿਰਾ ਦੇ ਦਸਤਖਤ ਕਰਵਾ ਕੇ ਉਹ ਚਿੱਠੀ ਲੈ ਲਈ, ਜਿਹੜੀ ਅੰਗਰੇਜ਼ੀ ਵਿੱਚ ਟਾਈਪ ਕੀਤੀ ਹੋਈ ਸੀ। ਉਸਨੇ ਮੈਨੂੰ ਪੜ੍ਹਨ ਲਈ ਕਿਹਾ। ਇਹ ਅਦਾਲਤ ਵਿੱਚ ਕੀਤੀ ਗਈ ਮਿਸਟਰ ਮਹਿਰਾ ਦੀ ਵਸੀਅਤ ਦੀ ਨਕਲ ਸੀ। ਲਿਖਿਆ ਸੀ, ਮੇਰੇ ਮਰਨ ਬਾਅਦ ਬੈਂਕ ਵਿੱਚ ਪਏ 3 ਲੱਖ ਰੁਪਏ ਵਿੱਚੋਂ 1 ਲੱਖ ਮੇਰੀ ਪਹਿਲੀ ਪਤਨੀ ਅਤੇ 2 ਲੱਖ ਰੁਪਇਆ ਸਵਿਤਰੀ ਨੂੰ ਮਿਲੇਗਾ। ਦਿੱਲੀ ਵਾਲੇ 2 ਮਕਾਨਾਂ ਵਿੱਚੋਂ ਵੱਡਾ ਘਰ ਸਵਿਤਰੀ ਦਾ ਹੋਵੇਗਾ ਅਤੇ ਛੋਟੇ ਵਿੱਚ ਮੇਰੀ ਪਹਿਲੀ ਪਤਨੀ ਅਤੇ ਉਸਦੇ 3 ਬੱਚੇ ਰਹਿਣਗੇ। ਜਿਸ ਘਰ ਵਿੱਚ ਇਸ ਵੇਲੇ ਸਵਿਤਰੀ ਰਹਿੰਦੀ ਹੈ, ਇਹ ਵੀ ਉਸਦੇ ਹਿੱਸੇ ਆਵੇਗਾ।
ਲੌਕਰ ਵਿੱਚ ਪਏ ਸਾਰੇ ਜੇਵਰ ਸਵਿਤਰੀ ਦੇ ਹੋਣਗੇ। ਜਿਵੇਂ ਜਿਵੇਂ ਮੈਂ ਚਿੱਠੀ ਪੜ੍ਹਦਾ ਜਾ ਰਿਹਾ ਸਾਂ, ਮੇਰਾ ਮਨ ਮਿਸਟਰ ਮਹਿਰਾ ਲਈ ਸ਼ਰਧਾ ਨਾਲ ਭਰਦਾ ਜਾ ਰਿਹਾ ਸੀ। ਮੈਂ ਇੱਕ ਪਲ ਲਈ ਸੋਚੀ ਪੈ ਗਿਆ ਕਿ ਕਿੰਨਾ ਚੰਗਾ ਸੀ ਉਹ ਬੰਦਾ, ਜਿਹੜਾ ਮਰਨ ਤੋਂ ਬਾਅਦ ਵੀ ਸਵਿਤਰੀ ਨੂੰ ਭੁੱਲਣ ਲਈ ਤਿਆਰ ਨਹੀਂ ਸੀ। ਅੱਗੇ ਲਿਖਿਆ ਸੀ, ਮੇਰੀ ਜਾਇਦਾਦ ਦਾ ਜਿਹੜਾ ਹਿੱਸਾ ਮੇਰੀ ਪਤਨੀ ਨੂੰ ਮਿਲਿਆ, ਉਹ ਉਸ ਨੂੰ ਤਦ ਤੀਕ ਨਹੀਂ ਵੇਚ ਸਕੇਗੀ ਜਦੋਂ ਤੀਕ ਤਿੰਨੋਂ ਬੱਚੇ ਬਾਲਗ ਨਾ ਹੋ ਜਾਣ। ਪਰ ਸਵਿਤਰੀ ਨੂੰ ਇਹ ਹੱਕ ਹੈ ਕਿ ਜਦੋਂ ਚਾਹੇ ਉਹ ਆਪਣੇ ਹਿੱਸੇ ਦੀ ਜਾਇਦਾਦ ਵੇਚ ਸਕਦੀ ਹੈ ਜਾਂ ਕਿਸੇ ਨੂੰ ਦੇ ਸਕਦੀ। ਮੇਰੇ ਤਿੰਨਾਂ ਬੱਚਿਆਂ ਦੇ ਵਿਆਹ ਉਹਨਾਂ ਦੀ ਮਾਂ ਮੇਰੀ ਪਹਿਲੀ ਪਤਨੀ ਦੀ ਮਰਜ਼ੀ ਨਾਲ ਹੋਣਗੇ। ਉਹ ਜਿਹਾ ਮਰਜ਼ੀ ਚਾਹੇ ਕਰ ਸਕੇਗੀ। ਉਸ ਵਿੱਚ ਸਵਿਤਰੀ ਨੂੰ ਕੋਈ ਹੱਕ ਨਹੀਂ ਦਿੱਤਾ ਜਾਂਦਾ ਕਿ ਉਹ ਮੇਰੇ ਬੱਚਿਆਂ ਦੇ ਵਿਆਹ ਜਾਂ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰੇ, ਕਿਉਂਕਿ ਉਹ ਸਾਡੀ ਜਾਤ ਦੀ ਨਹੀਂ। ਉਹ ਮੇਰੀ ਵਿਆਹੁਤਾ ਨਹੀਂ, ਸਗੋਂ ਰਖੇਲ ਹੈ। ਮੈਂ ਵੇਖਿਆ ਅਜੇ ਕਾਗਜ਼ ਦੀ ਲਿਖਾਈ ਸਾਰੀ ਨਹੀਂ ਸੀ ਮੁੱਕੀ ਕਿ ਮੇਰੇ ਸਾਹਮਣੇ ਬੈਠੀ ਇੱਕ ਆਮ ਸਾਧਾਰਨ ਜਿਹੀ ਔਰਤ ਦਾ ਰੂਪ ਇੱਕੋ ਵਾਰੀ ਬਦਲ ਕੇ ਚੰਡੀਕਾ ਦਾ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਜਿਵੇਂ ਅੰਗਾਰੇ ਬਲਣ ਲੱਗੇ। ਉਸ ਦਾ ਸਰੀਰ ਗੁੱਸੇ ਨਾਲ ਕੰਬਣ ਲੱਗਾ। ਉਸਨੇ ਮੇਰੇ ਹੱਥੋਂ ਉਹ ਚਿੱਠੀ ਖੋਹ ਕੇ ਟੁਕੜੇ ਟੁਕੜੇ ਕਰ ਦਿੱਤੀ ਤੇ ਮੇਜ਼ ਉੱਤੇ ਪਈਆਂ ਮਿਸਟਰ ਮਹਿਰਾ ਦੀਆਂ ਦੋਵੇਂ ਫਰੇਮ ਕੀਤੀਆਂ ਫੋਟੋਆਂ ਸ਼ੀਸ਼ੇ ਸਮੇਤ ਚੁੱਕ ਕੇ ਵਿਹੜੇ ਵਿੱਚ ਸੁੱਟ ਦਿੱਤੀਆਂ, ਜਿਸ ਦੀ ਆਵਾਜ਼ ਸੁਣ ਸਾਰੇ ਕਿਰਾਏਦਾਰ ਬਾਹਰ ਨਿਕਲ ਆਪਣੇ ਆਪਣੇ ਕਮਰਿਆਂ ਦੇ ਬੂਹਿਆਂ ਵਿੱਚ ਖੜੇ ਇੱਕ ਦੂਜੇ ਵੱਲ ਵੇਖਣ ਲੱਗੇ। ਫਿਰ ਉਸ ਔਰਤ ਨੇ ਉਸਦੇ ਸਾਰੇ ਸ਼ੇਅਰ, ਜਿਨ੍ਹਾਂ ਉੱਤੇ ਉਸਨੂੰ ਸਵਿਤਰੀ ਕੋਲੋਂ ਦਾਦ ਮਿਲੀ ਸੀ, ਉਸ ਦੀਆਂ ਕਿਤਾਬਾਂ, ਕੱਪੜੇ ਬਾਹਰ ਵਿਹੜੇ ਵਿੱਚ ਸੁੱਟ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਫਿਰ ਉਹ ਔਰਤ ਆਪਣੀਆਂ ਭਰੀਆਂ ਅੱਖਾਂ ਨੂੰ ਚਿੱਟੀ ਧੋਤੀ ਨਾਲ ਪੂੰਝਣ ਲੱਗੀ। ਸਾਰਾ ਸਮਾਨ ਚਿੜ ਚਿੜ ਕਰਦਾ ਹੋਇਆ ਬਲਣ ਲੱਗਾ। ਉਹ ਔਰਤ ਇੱਕੋ ਸਾਹ ਰੋਂਦੀ ਹੋਈ ਉਸ ਮਰਦ ਨੂੰ ਗਾਲਾਂ ਕੱਢ ਰਹੀ ਸੀ, ਜਿਹੜਾ ਹੁਣ ਇਸ ਦੁਨੀਆ ਵਿੱਚ ਨਹੀਂ ਸੀ, ਜਿਹੜਾ ਕਦੇ ਉਸਦੇ ਸੰਸਾਰ ਦਾ ਰਾਜਾ ਸੀ, ਜਿਸ ਨੂੰ ਯਾਦ ਕਰਨਾ ਉਸ ਔਰਤ ਲਈ ਰੱਬ ਦਾ ਨਾਂ ਲੈਣ ਦੇ ਬਰਾਬਰ ਸੀ। ਉਹ ਉੱਚੀ ਉੱਚੀ ਬੋਲਦੀ ਕਹੀ ਜਾ ਰਹੀ ਸੀ, ਹਰਾਮਖੋਰ, ਤੂੰ ਮੇਰੀ ਸਾਰੀ ਜਵਾਨੀ ਨੂੰ ਖਿਡੌਣਾ ਬਣਾ ਖੇਡਦਾ ਰਿਹਾ। ਮੈਂ ਤੇਰੇ ਲਈ ਆਪਣਾ ਘਰ ਛੱਡਿਆ, ਆਪਣੇ ਲੋਕ ਛੱਡੇ, ਆਪਣੇ ਸਮਾਜ ਤੋਂ ਅਲੱਗ ਹੋ ਗਈ। ਮੈਂ ਆਪਣਾ ਧਰਮ ਤੇਰੇ ਉੱਤੇ ਕੁਰਬਾਨ ਕਰ ਦਿੱਤਾ, ਪਰ ਤੂੰ ਇਸ ਦੇ ਬਦਲੇ ਵਿੱਚ ਮੈਨੂੰ ਪੈਸੇ ਤੇ ਜਾਇਦਾਦ ਦਾ ਲੋਭ ਦੇ ਰਿਹਾ, ਪਰ ਪਤਨੀ ਨਹੀਂ ਸਗੋਂ ਰਖੇਲ ਬਣਾ ਕੇ। ਜੇ ਮੈਨੂੰ ਪਤਾ ਹੁੰਦਾ 20 ਵਰ੍ਹਿਆਂ ਵਿੱਚ ਤੂੰ ਮੈਨੂੰ ਔਰਤ ਦਾ ਦਰਜਾ ਨਾ ਦੇ ਕੇ ਕੇਵਲ ਰਖੇਲ ਸਮਝਦਾ ਰਹੇਗਾ ਅਤੇ ਦੌਲਤ ਦੇ ਢੇਰ ਉੱਤੇ ਬਿਠਾ ਕੇ ਮੈਨੂੰ ਜਿੱਤਣਾ ਚਾਹੇਗਾ, ਤਾਂ ਹਰਾਮੀਆਂ, ਇਸ ਤੋਂ ਬਹੁਤਾ ਤਾਂ ਮੈਂ ਕੋਠੇ ਉੱਤੇ ਬਹਿ 4-5 ਸਾਲਾਂ ਵਿੱਚ ਕਮਾ ਲੈਂਦੀ। 20 ਵਰ੍ਹਿਆਂ ਧੀਕ ਤੈਨੂੰ ਆਪਣੇ ਸਰੀਰ ਨਾਲ ਕਿਉਂ ਖੇਡਣ ਦਿੰਦੀ। ਮੈਂ ਦੇਖਿਆ ਉਹ ਔਰਤ ਰੋਂਦੀ ਹੋਈ, ਗਾਲਾਂ ਕੱਢਦੀ ਹੋਈ ਮਿਸਟਰ ਮਹਿਰਾ ਦੀ ਇੱਕ ਇੱਕ ਚੀਜ਼ ਚੁੱਕ ਚੁੱਕ ਕੇ ਅੱਗ ਵਿੱਚ ਸੁੱਟ ਰਹੀ ਸੀ, ਜਿਵੇਂ ਉਹ ਉਸਨੂੰ 20 ਵਰ੍ਹਿਆਂ ਤੋਂ ਜੋਕ ਬਣ ਕੇ ਆਪਣੇ ਸਰੀਰ ਨਾਲ ਚਿਪਟੇ ਹੋਏ ਨੂੰ ਤੋੜ ਕੇ ਹਮੇਸ਼ਾ ਲਈ ਦੂਰ ਕਰ ਦੇਣਾ ਚਾਹੁੰਦੀ ਸੀ। ਅੱਗ ਹੌਲੀ ਹੌਲੀ ਬਲਦੀ ਰਹੀ। ਕਿਰਾਏਦਾਰ ਆਪੋ ਆਪਣੀਆਂ ਦਹਿਲੀਜ਼ਾਂ ਛੱਡ ਕਮਰਿਆਂ ਅੰਦਰ ਚਲੇ ਗਏ। ਉਹਨਾਂ ਵਿੱਚ ਮੈਂ ਹੀ ਇੱਕ ਅਜਿਹਾ ਸਾਂ ਜਿਹੜਾ ਇੱਕ ਟੱਕ ਉਸ ਔਰਤ ਦੇ ਚਿਹਰੇ ਵੱਲ ਦੇਖੀ ਜਾ ਰਿਹਾ ਸਾਂ, ਜਿਹੜਾ ਹੰਝੂਆਂ ਨਾਲ ਭਿੱਜ ਭਿੱਜ ਪੈ ਰਿਹਾ ਸੀ। ਜਦੋਂ ਉਂਗਲਾਂ ਦੇ ਪੋਟਿਆਂ ਨਾਲ ਮੈਂ ਆਪਣੀਆਂ ਅੱਖਾਂ ਛੂਹ ਕੇ ਦੇਖੀਆਂ ਤਾਂ ਉਹਨਾਂ ਦੇ ਕੋਇਆਂ ਵਿੱਚ ਵੀ ਪਾਣੀ ਦੀਆਂ 2 ਬੂੰਦਾਂ ਅਟਕੀਆਂ ਹੋਈਆਂ ਸਨ। ਉਸ ਬੇਵਸ ਔਰਤ ਲਈ, ਜਿਸ ਦੇ ਦਿਲ ਦੀ ਵੇਦਨਾ ਸਮਝਣ ਵਾਲਾ ਉਸ ਵਿਹੜੇ ਵਿੱਚ ਮੈਂ ਇਕੱਲਾ ਹੀ ਸਾਂ। ਧੰਨਵਾਦ।